ਸੌਣ ਵੇਲੇ ਦੀ ਘੜੀ ਜੋ ਪਿੱਛੇ ਵੱਲ ਦੌੜਦੀ ਸੀ। ਹਰ ਰਾਤ ਸੌਣ ਤੋਂ ਠੀਕ ਪਹਿਲਾਂ ਐਮਿਲੀ ਆਪਣੇ ਦੰਦ ਬੁਰਸ਼ ਕਰਦੀ, ਆਪਣਾ ਪਜਾਮਾ ਪਾਉਂਦੀ ਅਤੇ ਬਿਸਤਰੇ ਤੇ ਚੜ ਜਾਂਦੀ। ਉਸ ਦਾ ਕਮਰਾ ਸ਼ਾਂਤ ਅਤੇ ਨਿੱਘਾ ਸੀ, ਨਰਮ ਪਰਛਾਵਿਆਂ ਅਤੇ ਉਸ ਦੀ ਰਾਤ ਦੀ ਰੌਸ਼ਨੀ ਦੀ ਕੋਮਲ ਚਮਕ ਨਾਲ ਭਰਿਆ ਹੋਇਆ ਸੀ। ਉਸ ਦੀ ਕੰਨ ਤੇ ਇੱਕ ਛੋਟੀ ਗੋਲ ਘੜੀ ਲਟਕਦੀ ਸੀ। ਐਮਿਲੀ ਨੂੰ ਉਹ ਘੜੀ ਪਸੰਦ ਸੀ। ਇਸ ਦੇ ਕਿਨਾਰੇ ਦੁਆਲੇ ਚਾਂਦੀ ਦੇ ਹੱਥ ਅਤੇ ਛੋਟੇ ਤਾਰੇ ਪੇਂਟ ਕੀਤੇ ਹੋਏ ਸਨ। ਪਰ ਇੱਕ ਰਾਤ ਜਿਵੇਂ ਹੀ ਐਮਿਲੀ ਆਪਣੇ ਕੰਬਲ ਦੇ ਹੇਠਾਂ ਲਟਕਦੀ ਸੀ, ਉਸਨੇ ਕੁਝ ਅਜੀਬ ਦੇਖਿਆ। ਘੜੀ ਟਿਕ ਟਿਕ, ਫਿਰ ਟਿਕ ਟਿਕ, ਪਰ ਹੱਥ ਪਿੱਛੇ ਵੱਲ ਵਧ ਰਹੇ ਸਨ। ਐਮਿਲੀ ਪਲਕ ਝਪਕਦੀ ਹੈ, ਇਹ ਅਜੀਬ ਹੈ, ਉਸਨੇ ਫੁਸਫੁਸਾਇਆ। ਟਿਕ ਟਿਕ ਟਿਕ। ਸੌਣ ਦੇ ਸਮੇਂ ਵੱਲ ਵਧਣ ਦੀ ਬਜਾਏ ਘੜੀ ਹੌਲੀ ਹੌਲੀ ਉਸ ਦਿਨ ਪਹਿਲਾਂ ਵਾਂਗ ਵਾਪਸ ਆ ਗਈ। ਕਮਰਾ ਥੋੜਾ ਵੱਖਰਾ ਮਹਿਸੂਸ ਹੋਇਆ, ਨਰਮ, ਸ਼ਾਂਤ। ਅਚਾਨਕ ਉਸ ਦੇ ਨਾਲ ਵਾਲੀ ਕੰਧ ਸ਼ੀਸ਼ੇ ਵਾਂਗ ਚਮਕਣ ਲੱਗੀ ਅਤੇ ਇਸ ਦੇ ਅੰਦਰ ਇੱਕ ਤਸਵੀਰ ਦਿਖਾਈ ਦਿੱਤੀ। ਐਮਿਲੀ ਹੱਸ ਗਈ। ਉਹ ਆਪਣੇ ਆਪ ਨੂੰ ਦੇਖ ਰਹੀ ਸੀ, ਉਸ ਸਵੇਰੇ ਰਸੋਈ ਵਿੱਚ ਖੜੀ। ਉਸ ਨੇ ਆਪਣੇ ਆਪ ਨੂੰ ਗੁੱਡ ਮਾਰਨਿੰਗ ਕਹੇ ਬਿਨਾਂ ਆਪਣੇ ਛੋਟੇ ਭਰਾ ਦੇ ਕੋਲੋਂ ਲੰਘਦੇ ਹੋਏ ਦੇਖਿਆ। ਉਸ ਨੂੰ ਯਾਦ ਆਇਆ ਕਿ ਉਹ ਉਦਾਸ ਅਤੇ ਨੀਂਦ ਭਰੀ ਮਹਿਸੂਸ ਕਰ ਰਹੀ ਸੀ। ਐਮਿਲੀ ਨੇ ਆਪਣੇ ਸਿਰਹਾਣੇ ਨੂੰ ਜੱਫੀ ਪਾ ਲਈ। ਮੈਂ ਦਿਆਲੂ ਹੋਣਾ ਭੁੱਲ ਗਈ, ਉਸਨੇ ਬੁੜਬੁੜਾਇਆ। ਘੜੀ ਫਿਰ ਟਿਕ ਟਿਕ ਕੀਤੀ। ਤਸਵੀਰ ਬਦਲ ਗਈ। ਹੁਣ ਐਮਿਲੀ ਆਪਣੇ ਆਪ ਨੂੰ ਸਕੂਲ ਵਿੱਚ ਦੇਖਦੀ ਸੀ। ਉਸ ਨੇ ਆਪਣਾ ਹੱਥ ਉੱਚਾ ਕਰਦੇ ਹੋਏ ਦੇਖਿਆ, ਭਾਵੇਂ ਉਸ ਨੂੰ ਜਵਾਬ ਦਾ ਯਕੀਨ ਨਹੀਂ ਸੀ। ਉਸ ਦੀ ਆਵਾਜ਼ ਥੋੜੀ ਜਿਹੀ ਹਿੱਲ ਗਈ ਸੀ, ਪਰ ਉਸਨੇ ਫਿਰ ਵੀ ਕੋਸ਼ਿਸ਼ ਕੀਤੀ ਸੀ। ਐਮਿਲੀ ਮੁਸਕਰਾਈ। ਮੈਂ ਬਹਾਦਰ ਸੀ, ਉਸਨੇ ਹੌਲੀ ਜਿਹੀ ਕਿਹਾ। ਟਿਕ ਟਿਕ। ਘੜੀ ਇੱਕ ਵਾਰ ਫਿਰ ਪਿੱਛੇ ਮੁੜ ਗਈ। ਇਸ ਵਾਰ ਉਸ ਨੇ ਆਪਣੇ ਆਪ ਨੂੰ ਖੇਡ ਦੇ ਮੈਦਾਨ ਵਿੱਚ ਦੇਖਿਆ। ਇੱਕ ਦੋਸਤ ਨੇ ਉਸ ਨੂੰ ਝੂਲਾ ਸਾਂਝਾ ਕਰਨ ਲਈ ਕਿਹਾ ਸੀ ਅਤੇ ਐਮਿਲੀ ਪਰੇਸ਼ਾਨ ਮਹਿਸੂਸ ਕਰ ਰਹੀ ਸੀ, ਪਰ ਉਹ ਹਟ ਗਈ ਅਤੇ ਆਪਣੀ ਵਾਰੀ ਦੀ ਉਡੀਕ ਕੀਤੀ। ਇਹ ਔਖਾ ਸੀ, ਐਮਿਲੀ ਨੇ ਫੁਸਫੁਸਾਉਂਦੇ ਹੋਏ ਕਿਹਾ, ਪਰ ਮੈਂ ਇਹ ਕੀਤਾ। ਘੜੀ ਥੋੜੀ ਚਮਕਦਾਰ ਚਮਕਦੀ ਜਾਪਦੀ ਸੀ। ਟਿਕ। ਇੱਕ ਹੋਰ ਤਸਵੀਰ ਦਿਖਾਈ ਦਿੱਤੀ। ਐਮਿਲੀ ਨੇ ਆਪਣੇ ਆਪ ਨੂੰ ਆਪਣੇ ਡੈਸਕ ਤੇ ਇਕੱਲੀ ਬੈਠੀ ਇੱਕ ਗੜਬੜ ਵਾਲੀ ਡਰਾਇੰਗ ਵੱਲ ਦੇਖਦੀ ਹੋਈ ਵੇਖੀ। ਉਸ ਨੂੰ ਯਾਦ ਆਇਆ ਕਿ ਉਹ ਕਿੰਨੀ ਨਿਰਾਸ਼ ਮਹਿਸੂਸ ਕਰ ਰਹੀ ਸੀ। ਉਸ ਨੇ ਲਗਭਗ ਹਾਰ ਮੰਨ ਲਈ, ਪਰ ਫਿਰ ਉਹ ਚੱਲਦੀ ਰਹੀ। ਐਮਿਲੀ ਨੂੰ ਅੰਦਰੋਂ ਗਰਮ ਮਹਿਸੂਸ ਹੋਇਆ। ਮੈਂ ਨਹੀਂ ਛੱਡਿਆ, ਉਸ ਨੇ ਕਿਹਾ। ਘੜੀ ਹੌਲੀ ਹੋ ਗਈ। ਟਿਕ ਟੌਕ। ਹੁਣ ਤਸਵੀਰਾਂ ਫਿੱਕੀਆਂ ਪੈਣ ਲੱਗੀਆਂ। ਕਮਰਾ ਆਮ ਵਾਂਗ ਹੋ ਗਿਆ। ਕੰਧਾਂ ਸਥਿਰ ਸਨ। ਰਾਤ ਦੀ ਰੌਸ਼ਨੀ ਹੌਲੀ ਹੌਲੀ ਗੂੰਜਦੀ ਰਹੀ। ਐਮਿਲੀ ਨੇ ਘੜੀ ਵੱਲ ਦੇਖਿਆ। ਇਸ ਦੇ ਹੱਥ ਪਿੱਛੇ ਹਟਣਾ ਬੰਦ ਕਰ ਦਿੱਤਾ। ਹੌਲੀ ਹੌਲੀ, ਧਿਆਨ ਨਾਲ ਉਹ ਫਿਰ ਅੱਗੇ ਵਧਣ ਲੱਗੇ। ਟਿਕ ਟੌਕ। ਘੜੀ ਇੱਕ ਵਾਰ ਨਰਮ ਅਤੇ ਸ਼ਾਂਤ ਲੋਰੀ ਵਾਂਗ ਵੱਜੀ। ਐਮਿਲੀ ਅਚਾਨਕ ਸ਼ਾਂਤ ਮਹਿਸੂਸ ਹੋਈ। ਉਸ ਨੂੰ ਕੁਝ ਮਹੱਤਵਪੂਰਨ ਅਹਿਸਾਸ ਹੋਇਆ। ਘੜੀ ਆਪਣਾ ਦਿਨ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਸੀ। ਇਹ ਗਲਤੀਆਂ ਠੀਕ ਨਹੀਂ ਕਰ ਰਹੀ ਸੀ ਜਾਂ ਔਖੇ ਪਲਾਂ ਨੂੰ ਮਿਟਾਉਣਾ ਨਹੀਂ ਸੀ। ਇਹ ਉਸ ਨੂੰ ਯਾਦ ਰੱਖਣ ਵਿੱਚ ਮਦਦ ਕਰ ਰਹੀ ਸੀ। ਕੁਝ ਦਿਨਾਂ ਵਿੱਚ ਗੁੱਸੇ ਭਰੇ ਹਿੱਸੇ ਸਨ, ਕੁਝ ਪਲ ਔਖੇ ਸਨ, ਪਰ ਬਹਾਦਰ ਵਿਕਲਪ, ਦਿਆਲੂ ਕੰਮ ਅਤੇ ਉਹ ਸਮਾਂ ਵੀ ਸਨ ਜਦੋਂ ਉਸਨੇ ਹਾਰ ਨਹੀਂ ਮੰਨੀ। ਐਮਿਲੀ ਨੇ ਆਪਣਾ ਕੰਬਲ ਆਪਣੀ ਠੋਡੀ ਤੱਕ ਖਿੱਚ ਲਿਆ। ਕੱਲ, ਉਸਨੇ ਫੁਸਫੁਸਾਇਆ, ਮੈਂ ਦੁਬਾਰਾ ਕੋਸ਼ਿਸ਼ ਕਰਾਂਗੀ। ਘੜੀ ਇੱਕ ਵਾਰ ਫਿਰ ਚਮਕ ਉੱਠੀ ਅਤੇ ਇਸ ਦੇ ਚਿਹਰੇ ਤੇ ਇੱਕ ਛੋਟਾ ਜਿਹਾ ਸੁਨੇਹਾ ਪ੍ਰਗਟ ਹੋਇਆ। ਹਰ ਦਿਨ ਅੱਗੇ ਵੱਧਦਾ ਹੈ। ਹਰ ਰਾਤ ਤੁਹਾਨੂੰ ਆਰਾਮ ਕਰਨ ਵਿੱਚ ਮਦਦ ਕਰਦੀ ਹੈ। ਐਮਿਲੀ ਮੁਸਕਰਾਈ। ਟਿਕ ਟੌਕ। ਘੜੀ ਨੇ ਸਹੀ ਸਮਾਂ ਰੱਖਿਆ ਅਤੇ ਐਮਿਲੀ ਨੀਂਦ ਵਿੱਚ ਡੁੱਬ ਗਈ, ਇੱਕ ਬਿਲਕੁਲ ਨਵੀਂ ਸਵੇਰ ਲਈ ਤਿਆਰ।